ਜੀ ਸਤਿ ਸ਼੍ਰੀ ਅਕਾਲ। ਬਹੁਤ ਸਾਰੇ ਸਟੂਡੈਂਟਸ ਇਹ ਪੁੱਛਦੇ ਆ ਕਿ 12ਵੀਂ ਦੇ ਵਿੱਚ ਸਾਇੰਸ ਆਪਣੇ ਕੋਰਸ ਕਰਨ ਤੋਂ ਬਾਅਦ ਉਹ ਕਿਹੜਾ ਅੱਗੇ ਕੈਰੀਅਰ ਜਿਹੜਾ ਉਹ ਚੂਜ਼ ਕਰ ਸਕਦੇ ਆ ਆਪਣੇ ਲਾਈਫ ਦੇ ਵਿੱਚ, ਉਹ ਕੀ ਬਣ ਸਕਦੇ ਆ, ਅਤੇ ਪਿਓਰ ਸਾਇੰਸਸ ਦੇ ਵਿੱਚ ਜਾਂ ਇੰਜੀਨੀਅਰਿੰਗ ਦੇ ਵਿੱਚ ਕਿਸ ਤਰ੍ਹਾਂ ਆਪਾਂ ਐਸੇ ਜਗ੍ਹਾ 'ਤੇ ਪਹੁੰਚ ਸਕਦੇ ਹਾਂ, ਐਸੀ ਜਿਹੜੀ ਲਾਈਨ ਫੜ ਸਕਦੇ ਹਾਂ +2 ਤੋਂ ਬਾਅਦ, ਜਿਹੜੀ ਕਿ ਡੈਫੀਨੇਟਲੀ ਸਾਨੂੰ ਕਿਸੇ ਨਾ ਕਿਸੇ ਅੱਛੇ ਕੈਰੀਅਰ ਦੇ ਵਿੱਚ ਲੈ ਜਾਏਗੀ। ਸੋ ਇਹਦੇ ਵਿੱਚ ਅਸੀਂ ਦੇਖੀਏ ਕਿ ਕੁਝ ਬੱਚੇ ਜਿਹੜੇ ਇੰਜੀਨੀਅਰਿੰਗ ਕਰਨਾ ਚਾਹੁੰਦੇ ਆ ਉਹ ਬੀਟੈਕ ਕਰ ਸਕਦੇ ਆ, +2 ਤੋਂ ਬਾਅਦ ਐਮਟੈਕ ਕਰ ਸਕਦੇ ਆ, ਜਾਂ ਅੱਗੇ ਚੱਲ ਕੇ ਉਹ ਵੀ PhD ਕਰ ਸਕਦੇ ਆ ਆਪਣੀ ਫੀਲਡ ਦੇ ਵਿੱਚ, ਜਾਂ ਹੈਲਥ ਕੇਅਰ ਦੇ ਵਿੱਚ ਉਹ ਡਾਕਟਰ ਬਣ ਸਕਦੇ ਆ MBBS ਕਰਕੇ, ਜਾਂ BAMS ਕਰਕੇ ਜਿਹੜਾ ਆਯੁਰਵੈਦਿਕ ਫੀਲਡ ਦੇ ਵਿੱਚ ਹੈ, ਜਾਂ BUMS ਜਾਂ ਡੈਂਟਿਸਟ BDS ਕਰ ਸਕਦੇ ਆ। ਪਿਓਰ ਸਾਇੰਸਸ ਦੇ ਵਿੱਚ ਸਟੂਡੈਂਟ BSc MSc ਤੋਂ ਅੱਗੇ ਚੱਲ ਕੇ PhD ਕਰਕੇ ਸਾਇੰਟਿਸਟ ਬਣ ਸਕਦੇ ਆ। ਇਸੇ ਤਰ੍ਹਾਂ ਸਾਇੰਸਸ ਤੋਂ ਇਲਾਵਾ ਵੀ ਮੈਂ ਥੋੜ੍ਹਾ ਮੈਂਸ਼ਨ ਕੀਤਾ ਹੋਇਆ ਇੱਥੇ ਕਿ MBA ਜਾਂ ਅਕਾਊਂਟੈਂਟ, ਚਾਰਟਰਡ ਅਕਾਊਂਟੈਂਟ ਦੇ ਲਈ ਜਿਹੜੇ ਕਾਮਰਸ ਸਟੂਡੈਂਟਸ ਨੇ ਉਹ ਇੱਧਰ ਜਾ ਸਕਦੇ ਆ। ਲਾਅ ਦੇ ਲਈ LLB MBL ਅਤੇ LLM ਕਰ ਸਕਦੇ ਆ। ਤਾਂ ਪਰ ਆਪਾਂ ਇਸ ਵੀਡੀਓ ਦੇ ਵਿੱਚ ਇੰਜੀਨੀਅਰਿੰਗ ਅਤੇ ਹੈਲਥ ਕੇਅਰ ਸਾਇੰਸਸ ਅਤੇ ਪਿਓਰ ਸਾਇੰਸਸ ਨੂੰ ਫੋਕਸ ਕਰਾਂਗੇ। ਸਭ ਤੋਂ ਮੇਨ ਹੈ ਕਿ ਜਦੋਂ ਵੀ ਆਪਾਂ ਕੋਈ ਲਾਈਨ ਚੁਣੀਏ ਤਾਂ ਉਹਦੀ ਤਿਆਰੀ ਪਹਿਲਾਂ ਤੋਂ, ਜਦੋਂ ਤੁਸੀਂ 8th 9th ਗ੍ਰੇਡ ਦੇ ਵਿੱਚ ਹੀ ਸਾਇੰਸ ਦੇ ਨਾਲ ਰਾਬਤਾ ਕਰਨਾ ਸ਼ੁਰੂ ਕਰ ਦਿੰਦੇ ਹੋ, ਸਿੱਖਣਾ ਸ਼ੁਰੂ ਕਰ ਦਿੰਦੇ ਹੋ, ਤਾਂ ਆਪਣਾ ਟਾਰਗੇਟ ਐਸਾ ਬਣਾਓ ਕਿ ਕਿਸੇ ਵੀ ਕੋਰਸ, ਕਿਸੇ ਵੀ ਇੰਸਟੀਟਿਊਟ ਨੂੰ ਤੁਸੀਂ ਟਾਰਗੇਟ ਕਰੋ ਜੋ ਕਿ ਘੱਟੋ ਘੱਟ ਸਾਡੇ ਦੇਸ਼ ਪੱਧਰ ਦਾ ਹੋਵੇ। ਤਾਂ ਉਹਨੂੰ ਟਾਰਗੇਟ ਕਰਨ ਦੇ ਲਈ ਪਹਿਲਾਂ ਤੋਂ ਹੀ ਤਿਆਰੀ ਜਿਹੜੀ ਹੈ ਉਸ ਤਰ੍ਹਾਂ ਦੀ ਰੱਖੀ ਜਾਵੇ, ਅਵੇਅਰਨੈਸ ਬੱਚਿਆਂ ਨੂੰ ਉੱਦਾਂ ਦੀ ਦਿੱਤੀ ਜਾਵੇ ਕਿ ਉਹ ਨੈਸ਼ਨਲ ਜਿਹੜੇ ਪੇਪਰ ਨੇ, ਐਗਜ਼ਾਮ ਨੇ, ਪ੍ਰੀਖਿਆਵਾਂ ਨੇ, ਉਹਨਾਂ ਦੀ ਤਿਆਰੀ ਵੀ ਕਰਨ ਅਤੇ ਉਹਨਾਂ ਨੂੰ ਹੀ ਕਲੀਅਰ ਕਰਕੇ ਉਹ ਟੌਪ ਦੇ ਜਿਹੜੇ ਇੰਸਟੀਟਿਊਟਸ ਨੇ, ਯੂਨੀਵਰਸਿਟੀਜ਼ ਨੇ, ਉਹਨਾਂ ਦੇ ਵਿੱਚ ਉਹ ਦਾਖਲਾ ਲੈਣ। ਜਿੱਦਾਂ ਕਿ JEE ਮੇਨਸ ਤੋਂ ਬਾਅਦ ਐਡਵਾਂਸ ਕਲੀਅਰ ਕਰਕੇ ਇੰਜੀਨੀਅਰਿੰਗ ਦੇ ਵਿੱਚ ਜਾ ਸਕਦਾ ਬੱਚਾ। ਉਸ ਤੋਂ ਇਲਾਵਾ ਹੋਰ ਵੀ ਜਿਹੜੇ ਇੰਸਟੀਟਿਊਟ ਨੇ ਉਹ ਆਪਣਾ ਟੈਸਟ ਆਪ ਲੈਂਦੇ ਆ। ਮੈਡੀਕਲ ਦੇ ਲਈ ਨੀਟ ਇੱਕ ਹੁਣ ਸੈਂਟਰਲਾਈਜ਼ਡ ਟੈਸਟ ਹੈ ਜਿਹੜਾ ਕਿ ਲਿੱਤਾ ਜਾਂਦਾ ਆਲ ਓਵਰ ਇੰਡੀਆ। ਉਹਦੇ ਵਿੱਚ ਟੌਪ ਸਕੋਰ ਜੇ ਕਰੋਗੇ ਤਾਂ ਬਹੁਤ ਅੱਛੀ ਜਗ੍ਹਾ ਤੁਹਾਨੂੰ ਮਿਲ ਸਕਦੀ ਹੈ, ਸੀਟ ਮਿਲ ਸਕਦੀ ਆ। ਇਸੇ ਤਰ੍ਹਾਂ ਪਿਓਰ ਸਾਇੰਸਸ ਦੇ ਵਿੱਚ KVPY ਜਾਂ NEST ਐਗਜ਼ਾਮ ਨੇ। ਇਹਨਾਂ ਸਾਰਿਆਂ ਦੀ ਆਪਾਂ ਡਿਟੇਲ ਦੇ ਵਿੱਚ ਅੱਗੇ ਦੇਖਦੇ ਹਾਂ, ਜਾਣਕਾਰੀ ਲੈਂਦੇ ਹਾਂ। ਇੰਜੀਨੀਅਰਿੰਗ ਦੇ ਵਿੱਚ ਆਪਾਂ ਕੋਲ ਬਹੁਤ ਸਾਰੇ ਕੋਰਸਸ ਨੇ। ਅੱਜ ਕੱਲ੍ਹ ਕੰਪਿਊਟਰ ਸਾਇੰਸ ਦਾ ਯੁੱਗ ਹੈ ਇੱਕ ਤਰ੍ਹਾਂ ਨਾਲ, ਤਾਂ ਬੱਚੇ ਵੀ ਪ੍ਰੈਫਰ ਕਰਦੇ ਆ ਕਿ ਉਹ ਕੰਪਿਊਟਰ ਸਾਇੰਸਸ ਦੇ ਵਿੱਚ ਸੀਟ ਲੈਣ +2 ਤੋਂ ਬਾਅਦ ਇੰਜੀਨੀਅਰਿੰਗ ਦੇ ਵਿੱਚ। ਤਾਂ ਉਹਦੇ ਲਈ JEE ਐਡਵਾਂਸ 'ਚ ਬਹੁਤ ਅੱਛਾ ਸਕੋਰ ਚਾਹੀਦਾ ਜੇ IITs ਦੇ ਵਿੱਚ ਲੈਣਾ ਹੈ ਐਡਮਿਸ਼ਨ। ਬਟ ਹੋਰ ਵੀ ਬਹੁਤ ਅੱਛੇ ਇੰਸਟੀਟਿਊਟਸ ਹੈਗੇ ਆ, ਬਟ JEE ਐਡਵਾਂਸ ਘੱਟੋ ਘੱਟ ਬੱਚਾ ਕਲੀਅਰ ਕਰੇ ਤਾਂ ਫਿਰ ਉਹਦੀ ਤਿਆਰੀ ਜਿਹੜੀ ਹੈ ਉਸੇ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਪਿੱਛੋਂ ਹੀ, ਸ਼ੁਰੂ ਤੋਂ। ਇਸ ਤੋਂ ਇਲਾਵਾ ਮਕੈਨੀਕਲ, ਕੈਮੀਕਲ ਜਾਂ ਬਾਇਓਮੈਡੀਕਲ ਇੰਜੀਨੀਅਰਿੰਗ, ਐਰੋਸਪੇਸ ਇੰਜੀਨੀਅਰਿੰਗ, ਬਹੁਤ ਅੱਛੇ ਫੀਲਡ ਹੈਗੇ ਨੇ ਜਿਹੜੇ ਆਪਾਂ ਪਰਸਿਊ ਕਰ ਸਕਦੇ ਹਾਂ ਅੱਜ ਕੱਲ੍ਹ। ਬੜਾ ਇੰਪੋਰਟੈਂਟ ਹੈ ਇਹ ਦੇਖਣਾ ਕਿ ਪੜ੍ਹਾਈ, ਕਿਉਂਕਿ ਸਾਨੂੰ ਪਤਾ ਹੈ ਕਿ ਸਸਤੀ ਨਹੀਂ ਅੱਜ ਦੇ ਸਮੇਂ ਦੇ ਵਿੱਚ, ਇਸੇ ਲਈ ਇਹ ਜਨਰਲੀ ਆਪਾਂ ਬੱਚਿਆਂ ਨੂੰ ਕਹਿੰਦੇ ਹੁੰਦੇ ਹਾਂ ਜਿੰਨੀ ਜ਼ਿਆਦਾ ਤੁਸੀਂ ਮਿਹਨਤ ਕਰੋਗੇ ਓਨਾ ਹੀ ਸੌਖਾ ਤੁਸੀਂ ਆਪਣੀ ਜਿਹੜੀ ਸਟੱਡੀ ਨੂੰ ਕੰਟੀਨਿਊ ਰੱਖ ਸਕਦੇ ਹੋ, ਹੈ ਨਾ। ਘੱਟੋ ਘੱਟ ਪੈਸੇ ਦੇ ਵਿੱਚ, ਘੱਟੋ ਘੱਟ ਖਰਚਾ ਆਪਾਂ ਕੀਤੇ ਕਰਕੇ ਆਪਣੀ ਸਟੱਡੀ ਨੂੰ, ਹੈ ਨਾ, ਓਨੇ ਹੀ ਟੌਪ ਲੈਵਲ ਦੀ ਸਟੱਡੀ ਕਰ ਸਕਦੇ ਹਾਂ ਜੇ ਸਾਡੀ ਮਿਹਨਤ ਵੀ ਪ੍ਰਪੋਰਸ਼ਨਲੀ ਉਨੀ ਜ਼ਿਆਦਾ ਹੋਊਗੀ। ਜਿੱਦਾਂ ਇੰਸਟੀਟਿਊਟਸ ਦੀ ਗੱਲ ਕੀਤੀ ਆ ਮੈਂ ਇਸ ਸਲਾਈਡ ਦੇ ਵਿੱਚ, ਨਾਲ ਉਹਨਾਂ ਦੀਆਂ ਅਕਰੋਸ ਆਲ ਓਵਰ ਇੰਡੀਆ ਸੀਟਾਂ ਮੈਂਸ਼ਨ ਨੇ, ਅਤੇ ਨਾਲ ਇਹ ਹੈ ਵੀ ਜਿਹੜਾ ਐਨੂਅਲ ਸਾਲ ਦੀ ਕਿੰਨੀ ਫੀਸ ਹੈ ਉਹ ਲਿਖੀ ਹੋਈ ਹੈ, ਅਤੇ ਜੇ ਕਿਸੇ ਇੰਸਟੀਟਿਊਟ ਦੇ ਵਿੱਚ ਕੋਈ ਫੈਲੋਸ਼ਿਪ ਦਿੱਤੀ ਜਾਂਦੀ ਹੈ ਉਹ ਲਿਖੀ ਹੋਈ ਹੈ, ਅਤੇ ਕਿਹੜਾ ਟੈਸਟ ਕਲੀਅਰ ਕਰਨਾ ਪਊਗਾ ਇਹ ਲਿਖਿਆ ਹੈ। 2 ਇੰਸਟੀਟਿਊਟਸ ਨੇ NISER ਨਾਈਸਰ ਅਤੇ CEBS। ਇਹ ਇੱਕ ਇੰਸਟੀਟਿਊਟ ਹੈ। NISER ਅਲੱਗ ਇੰਸਟੀਟਿਊਟ ਹੈ, CEBS ਅਲੱਗ ਇੰਸਟੀਟਿਊਟ ਹੈ। NISER 'ਚ 201 ਸੀਟਾਂ ਨੇ, CEBS 'ਚ 47 ਸੀਟਾਂ ਨੇ। ਇਹ NISER 'ਚ ਇੰਜੀਨੀਅਰਿੰਗ ਵੀ ਕਰਾਉਂਦੇ ਆ, ਬਟ CEBS ਜਿਹੜਾ ਉਹ ਬੇਸਿਕ ਸਾਇੰਸ ਨਾਲ ਰਿਲੇਟਡ ਆ। ਇੱਥੇ ਸਾਲ ਦੀ ਫੀਸ ਸਿਰਫ 17,000 ਹੈ। ਇਹ ਲਗਭਗ ਘੱਟੋ ਘੱਟ ਫੀਸ ਵਾਲੇ ਇੰਸਟੀਟਿਊਟ ਨੇ, ਬਟ ਇਹਨਾਂ ਦਾ ਟੈਸਟ ਜਿਹੜਾ ਹੈ
ਉਹ JEE ਐਡਵਾਂਸ ਦੇ ਲੈਵਲ ਦਾ ਹੀ ਹੁੰਦਾ। ਜੇ ਤੁਸੀਂ ਇਹਨਾਂ 'ਚ ਐਡਮਿਸ਼ਨ ਲੈਣੀ ਹੈ ਤਾਂ ਨੈਸਟ ਦਾ ਉਹ ਟੈਸਟ ਹੈ, ਡਿਪਾਰਟਮੈਂਟ ਆਫ ਐਟੋਮਿਕ ਐਨਰਜੀ ਉਹ ਟੈਸਟ ਕਰਾਉਂਦਾ ਹੈ। ਅਤੇ ਇਹਦੇ 'ਚ ਹਰ ਬੱਚੇ ਨੂੰ 5000 ਰੁਪਏ ਪਰ ਮੰਥ +2 ਤੋਂ ਬਾਅਦ ਹੀ ਫੈਲੋਸ਼ਿਪ ਦਿੱਤੀ ਜਾਂਦੀ ਹੈ, ਸਟਾਈਪੈਂਡ ਦਿੱਤਾ ਜਾਂਦਾ, ਤਾਂ ਕਿ ਉਹ ਬੱਚਾ ਆਪਣੇ ਆਪ ਨੂੰ ਆਪਣਾ ਖਰਚਾ ਪੂਰਾ ਕਰ ਸਕੇ। IITs ਦੇ ਵਿੱਚ 16,234 ਦੇ ਅਰਾਊਂਡ ਹੈਗੀਆਂ ਨੇ ਸੀਟਾਂ। ਬਟ ਅੱਜ ਕੱਲ੍ਹ ਜਿਹੜੀ IIT ਦੀ ਵੀ ਫੀਸ ਹੈ ਉਹ ਅੱਛੀ ਖਾਸੀ ਫੀਸ ਉਹਦੇ ਵਿੱਚ ਵੀ ਹੈ, ਬੱਚੇ ਨੂੰ ਪੇ ਕਰਨੀ ਪੈਂਦੀ ਆ। ਕਈ IITs 'ਚ 2 ਲੱਖ ਪਰ ਸਾਲ ਤੋਂ ਘੱਟ ਵੀ ਹੋ ਸਕਦੀ ਹੈ, ਪਰ ਕਈਆਂ ਤੋਂ 2 ਲੱਖ ਪਰ ਸਾਲ ਤੋਂ ਥੋੜ੍ਹੀ ਜ਼ਿਆਦਾ ਵੀ ਹੋ ਸਕਦੀ ਹੈ, ਬਟ ਹੈਗੀ ਆ ਅੱਛੀ ਖਾਸੀ ਫੀਸ। ਸੋ ਬੱਚੇ ਨੂੰ ਇਹ ਵੀ ਖਿਆਲ ਰਹੇ ਜਦੋਂ ਵੀ ਪ੍ਰਿਪੇਅਰ ਕਰਨਾ ਵੀ ਕਿਵੇਂ ਅਸੀਂ ਇਹ ਫੀਸ ਵੀ ਕਿਵੇਂ IIT ਐਡਵਾਂਸ JEE ਐਡਵਾਂਸ ਕਲੀਅਰ ਕਰਨ ਤੋਂ ਬਾਅਦ ਇਹ ਫੀਸ ਵੀ ਕਿਵੇਂ ਆਪਾਂ ਪੇ ਕਰਨੀ ਆ। ਬੱਚੇ ਅੱਜ ਕੱਲ੍ਹ ਇਹ ਵੀ ਕਰਦੇ ਆ ਕਿ ਆਪਣੇ ਆਪ ਨੂੰ ਆਪਣੀ ਫੀਸ ਉਹ ਕੱਢਣ ਦੇ ਲਈ ਬੱਚੇ ਟਿਊਸ਼ਨਸ ਵੀ ਕਰਦੇ ਆ, ਕੋਚਿੰਗ ਵੀ ਦਿੰਦੇ ਆ, ਉੱਥੇ ਹੋਰ ਵੀ ਆਪਣੇ ਆਪ ਨੂੰ ਸਸਟੇਨ ਕਰਨ ਦੇ ਤਰੀਕੇ ਲੱਭ ਲੈਂਦੇ ਆ। ਤਾਂ ਉਸ ਮਾਈਂਡਸੈਟ ਦੇ ਨਾਲ ਵੀ ਬੱਚੇ ਨੂੰ ਟ੍ਰੇਨ ਕਰਨਾ ਚਾਹੀਦਾ ਸ਼ੁਰੂ ਤੋਂ ਹੀ। ਆਈਜ਼ਰ ਇੰਸਟੀਟਿਊਟਸ ਨੇ ਇੰਡੀਆ ਦੇ ਵਿੱਚ, ਰਿਸਰਚ 'ਤੇ ਫੋਕਸ ਆ ਇਹਨਾਂ ਇੰਸਟੀਟਿਊਟਸ ਦਾ, ਯਾਨੀ ਕਿ ਉੱਥੋਂ ਸਾਇੰਟਿਸਟ ਵੱਲ ਨੂੰ ਸਟੂਡੈਂਟ ਜਾਂਦਾ, ਜਦ ਕਿ IITs ਦੇ ਵਿੱਚੋਂ ਉਹ ਇੰਜੀਨੀਅਰ ਬਣ ਕੇ ਨਿਕਲਦਾ ਹੈ। ਸੋ ਆਈਜ਼ਰ ਦੇ ਵਿੱਚ ਜੋ ਐਡਮਿਸ਼ਨ ਲੈਣੀ ਹੈ ਇਹ ਵੀ KVPY ਜਾਂ JEE ਐਡਵਾਂਸ ਦੇ ਥਰੂ ਹੁੰਦੀ ਹੈ। ਅਤੇ ਟੋਪ ਦੇ ਜਿਹੜੇ 1% ਬੋਰਡ ਦੇ ਪੇਪਰਾਂ 'ਚੋਂ ਬੱਚੇ ਆਉਂਦੇ ਆ 1% 'ਚ ਟੋਪ 'ਤੇ, ਉਹ ਵੀ ਆਈਸਰ ਦੇ ਐਲੀਜੀਬਲ ਹੁੰਦੇ ਆ। ਇਹਨਾਂ ਦਾ ਆਪਣਾ ਵੀ ਟੈਸਟ ਹੁੰਦਾ, ਤਾਂ ਉਹ ਐਪਟੀਟਿਊਡ ਟੈਸਟ ਵੀ ਬੱਚਾ ਉਹ ਵੀ ਦੇਣਾ ਹੁੰਦਾ ਬੱਚੇ ਨੇ। ਇਹਦੇ ਵਿੱਚ ਆ ਕੇ ਬੱਚੇ ਨੂੰ ਸਟਾਈਪੈਂਡ ਮਿਲਦਾ, ਉਹੀ 5000 ਪਰ ਮੰਥ ਪਹਿਲਾਂ ਮਿਲਦਾ ਹੈ BSc 'ਚ, ਫਿਰ BSc ਰਿਸਰਚ ਕੋਰਸ ਹੁੰਦਾ ਇਹਦੇ ਵਿੱਚ, ਉਹ 'ਚ ਬੱਚਾ BSc ਦੇ ਵਿੱਚ ਹੀ ਰਿਸਰਚ ਸ਼ੁਰੂ ਕਰਦਾ। ਨਾਲ ਹੀ MSc ਦੇ ਵਿੱਚ ਵੀ ਸਟਾਈਪੈਂਡ ਮਿਲਦਾ, ਜੋ ਥੋੜ੍ਹਾ ਵੱਧ ਜਾਂਦਾ 5 ਤੋਂ, ਅਤੇ ਅੱਗੇ ਚੱਲ ਕੇ ਵੀ ਮਤਲਬ ਹੈਲਪ ਮਿਲਦੀ ਹੈ, PhD ਤੱਕ ਵੀ ਹੈਲਪ ਮਿਲਦੀ ਰਹਿੰਦੀ ਹੈ ਇਹਨਾਂ ਟੈਸਟ ਦੇ ਥਰੂ ਬੱਚੇ ਨੂੰ ਫੈਲੋਸ਼ਿਪ ਜਦੋਂ ਲੱਗਦੀ ਹੈ। ਤਾਂ IISc ਬੈਂਗਲੌਰ ਇਸ ਵਨ ਆਫ ਦਾ ਬੈਸਟ ਇੰਸਟੀਟਿਊਟ ਹੈ, ਇੰਡੀਆ ਦਾ ਸਭ ਤੋਂ ਟੌਪ ਮੋਸਟ ਇੰਸਟੀਟਿਊਟ ਹੈ। ਇੱਥੇ ਬੱਚੇ 137 ਸੀਟਾਂ ਨੇ, ਅਤੇ ਇੱਥੇ ਵੀ ਸਟਾਈਪੈਂਡ ਮਿਲਦਾ ਬੱਚੇ ਨੂੰ, ਫੈਲੋਸ਼ਿਪ ਮਿਲਦੀ ਹੈ। KVPY ਦੇ ਥਰੂ ਹੀ ਇਹ ਟੈਸਟ ਹੁੰਦਾ। KVPY ਵੈਸੇ ਕੰਡਕਟ ਵੀ IISc ਬੈਂਗਲੌਰ ਹੀ ਕਰਾਉਂਦਾ ਹੈ। ਮੈਡੀਕਲ ਦੇ ਸਟੂਡੈਂਟਸ ਦੇ ਲਈ ਏਮਸ ਇੰਸਟੀਟਿਊਟ ਤੋਂ ਉੱਪਰ ਇੰਡੀਆ 'ਚ ਕੋਈ ਇੰਸਟੀਟਿਊਟਸ ਨਹੀਂ ਹੈਗੇ। ਤਾਂ ਏਮਸ ਦੇ ਵਿੱਚ ਅਗਰ ਸੀਟ ਲੈਣੀ ਹੈ ਤਾਂ ਤੁਸੀਂ 727 ਸੀਟਾਂ ਨੇ ਏਮਸ ਦੇ ਵਿੱਚ ਆਲ ਓਵਰ ਇੰਡੀਆ, ਅਤੇ ਓਬਵੀਅਸਲੀ ਫਿਰ ਰੈਂਕ ਵੀ ਤੁਹਾਨੂੰ ਨੀਟ ਦੇ ਵਿੱਚ ਉਸੇ ਤਰ੍ਹਾਂ ਦਾ ਚਾਹੀਦਾ ਹੈ। ਗੱਲ ਇਹ ਹੈ ਕਿ MBBS ਦੀ ਫੀਸਾਂ ਬਾਰੇ ਆਪਾਂ ਨੂੰ ਪਤਾ ਹੈ ਕਿ ਕਰੋੜਾਂ ਤੱਕ ਵੀ ਜਾਂਦੀ ਹੈ ਫੀਸ, ਕਰੋੜ 'ਚ ਵੀ ਜਾਂਦੀ ਹੈ ਫੀਸ। ਸੋ 70-80 ਲੱਖ ਤਾਂ ਹੈ ਹੀ ਨੋਰਮਲ, ਅਗਰ ਪ੍ਰਾਈਵੇਟ ਥਾਂ 'ਤੇ ਆਪਾਂ ਦੇਖ ਰਹੇ ਹਾਂ ਵੀ ਬੱਚੇ ਜੇ ਸੀਟ ਲੈਣੀ ਹੈ। ਬਟ ਏਮਸ ਦੇ ਵਿੱਚ 5.5 ਸਾਲਾਂ ਦੇ ਲਈ ਪੂਰੀ MBBS ਦਾ ਸਿਰਫ ਫੀਸ ਹੈਗੀ ਆ 7000। ਸੋ ਬੱਚੇ ਦਾ ਜੇ ਪ੍ਰੈਪਰੇਸ਼ਨ ਇਸ ਤਰ੍ਹਾਂ ਦੀ ਹੋਵੇ ਕਿ ਹਾਂ ਏਮਸ ਦੇ ਵਿੱਚ ਹੀ ਜਾਣਾ ਹੈ, ਤਾਂ ਆਈ ਥਿੰਕ ਮੁਸ਼ਕਿਲ ਨਹੀਂ ਹੈ। ਉਹ ਏਮ 'ਤੇ ਉਹਦੀ ਮਿਹਨਤ ਦੇ ਉੱਤੇ ਡਿਪੈਂਡ ਕਰਦਾ, ਅਤੇ ਕਿੰਨੀ ਟਾਈਮ ਫਰੇਮ ਦੇ ਵਿੱਚ ਇਹ ਸ਼ੁਰੂ ਤੋਂ ਤਿਆਰੀ ਕਰਦੇ ਆ। ਗਵਰਨਮੈਂਟ ਮੈਡੀਕਲ ਕਾਲਜਸ ਦੇ ਵਿੱਚ 76928 ਸੀਟਾਂ ਨੇ। ਗਵਰਨਮੈਂਟ ਮੈਡੀਕਲ ਕਾਲਜ 'ਚ ਰਿਲੇਟਿਵਲੀ ਘੱਟ ਖਰਚਾ ਹੋਏਗਾ ਜੋ ਬਾਕੀ ਆਪਣੇ ਪ੍ਰਾਈਵੇਟ ਕਾਲਜਾਂ ਨਾਲੋਂ, ਤਾਂ ਇਹਦੇ ਵਿੱਚ ਸੀਟ ਲੈਣ ਦੇ ਲਈ ਬੱਚੇ ਬਹੁਤ ਮਿਹਨਤ ਕਰਦੇ ਆ, ਅਤੇ ਜਿਹੜੇ ਮਿਹਨਤ ਕਰਦੇ ਆ ਉਹਨਾਂ ਨੂੰ ਸੀਟਾਂ ਮਿਲ ਵੀ ਜਾਂਦੀਆਂ ਨੇ। ਬਟ ਇਹਦੇ ਵਿੱਚ ਵੀ 1.5 ਲੱਖ ਰੁਪਇਆ ਅਪਰੋਕਸੀਮੇਟਲੀ ਵੱਧ ਘੱਟ ਸਕਦਾ। ਡਿਫਰੈਂਟ ਜਿਹੜੇ ਕਾਲਜਸ ਨੇ ਉਹਨਾਂ ਦੀ ਘੱਟ ਵੀ ਹੋ ਸਕਦੀ ਹੈ, ਕਿਸੇ ਦੀ ਫੀਸ ਜ਼ਿਆਦਾ ਵੀ ਹੋ ਸਕਦੀ ਹੈ, ਬਟ 1.5 ਲੱਖ ਪਰ ਐਨਮ ਤਾਂ ਕਿਤੇ ਨਾ ਕਿਤੇ ਜ਼ਿਆਦਾਤਰ ਹੈਗੀ ਹੋਈ ਹੈ ਕਾਲਜਸ 'ਚ ਫੀਸ। ਤਾਂ ਅੱਗੇ ਚੱਲੀਏ, ਡਿਫਰੈਂਟ IITs ਦੀ ਗੱਲ ਕਰਦੇ ਹਾਂ। ਆਪਣੇ ਦੇਸ਼ 'ਚ ਕਈ IITs ਹੈਗੇ ਨੇ ਜਿਨ੍ਹਾਂ ਦੇ ਵਿੱਚ ਬੱਚੇ BTech ਕਰਦੇ ਆ, ਅਤੇ ਅੱਗੇ ਵੀ ਰਿਸਰਚ ਵੀ ਹੁੰਦੀ ਆ ਉਹਨਾਂ ਦੇ ਵਿੱਚ, PhDs ਵੀ ਕਰਦੇ। ਅਤੇ BTech ਦੇ ਥਰੂ ਤਾਂ ਜਾਂਦੇ ਆ ਬੱਚੇ ਉੱਥੇ, ਅਤੇ ਉਸ ਤੋਂ ਬਾਅਦ ਜਦੋਂ MSc ਵਗੈਰਾ ਕਰਕੇ ਵੀ ਉਹ ਸਾਇੰਸਸ ਦੇ ਵਿੱਚ ਰਿਸਰਚ ਵੀ ਕਰ ਸਕਦੇ ਆ IITs ਦੇ ਵਿੱਚ, ਉਹਦੀਆਂ ਵੀ ਸੀਟਾਂ ਹੁੰਦੀਆਂ ਨੇ ਪ੍ਰੋਫੈਸਰਸ ਕੋਲ, ਤਾਂ PhD ਵੀ ਕਰ ਸਕਦੇ ਆ। ਮਤਲਬ ਪਿਓਰ ਸਾਇੰਸਸ ਜਿਹੜੀ ਹੈ ਉਹ ਸਿਰਫ NISER, ਨਾਈਸਰ ਜਾਂ CBSE ਨਹੀਂ ਹੈ, ਲਗਭਗ ਹਰ ਰਿਸਰਚ ਯੂਨੀਵਰਸਿਟੀ ਅਤੇ ਹਰ IITs ਦੇ ਵਿੱਚ ਇਹ ਰਿਸਰਚ ਵੀ ਕਰ ਸਕਦੇ ਹਾਂ ਆਪਾਂ।
ਸੋ ਅਗਰ JEE ਮੇਨਸ ਕਲੀਅਰ ਕਰਦੇ ਹਾਂ ਤਾਂ ਸਿਰਫ NITs ਦੇ ਵਿੱਚ ਐਡਮਿਸ਼ਨ ਲੈ ਸਕਦੇ ਹਾਂ। JEE ਐਡਵਾਂਸ ਕਲੀਅਰ ਕਰਦੇ ਹਾਂ ਤਾਂ ਆਪਾਂ IITs 'ਚ ਐਡਮਿਸ਼ਨ ਆਪਾਂ ਨੂੰ ਸੀਟ ਮਿਲ ਸਕਦੀ ਹੈ। ਜਿੰਨਾ ਅੱਛਾ ਰੈਂਕ ਆ ਉਨੀ ਅੱਛੀ ਕੋਰਸ ਜਾਂ ਉਨੀ ਅੱਛੀ IIT ਦੇ ਵਿੱਚ ਐਡਮਿਸ਼ਨ ਮਿਲਦਾ। ਇੱਕ ਇੰਪੋਰਟੈਂਟ ਗੱਲ ਆ ਜਿਵੇਂ ਲਿਖਿਆ ਹੋਇਆ ਕਿ 2021 ਦੇ ਵਿੱਚ 22 ਲੱਖ ਐਪਲੀਕੈਂਟਸ ਨੇ ਅਪਲਾਈ ਕੀਤਾ ਸੀਗਾ ਇਹ JEE ਮੇਨਸ ਐਗਜ਼ਾਮ, ਜਿਹਦੇ ਵਿੱਚੋਂ 2.5 ਲੱਖ ਨੇ ਕਲੀਅਰ ਕੀਤਾ। 2.5 ਲੱਖ ਜਿਨ੍ਹਾਂ ਨੇ JEE ਮੇਨਸ ਕਲੀਅਰ ਕੀਤਾ ਉਹਨਾਂ 'ਚੋਂ ਸਾਰਿਆਂ ਨੇ ਐਡਵਾਂਸ ਦਿੱਤਾ ਹੀ ਨਹੀਂ। ਸਿਰਫ 1.6 ਲੱਖ ਐਪਲੀਕੈਂਟਸ ਨੇ ਐਡਵਾਂਸ ਐਗਜ਼ਾਮ ਦਿੱਤਾ, ਜਿਹਦੇ ਵਿੱਚੋਂ 41,862 ਜਿਹੜੇ ਬੱਚੇ ਨੇ ਉਹ JEE ਐਡਵਾਂਸ ਕਲੀਅਰ ਕਰਕੇ। ਤੁਸੀਂ ਇਹ ਦੇਖੋ ਜਿਹੜੇ JEE ਮੇਨਸ ਕਲੀਅਰ ਕਰਨ ਵਾਲਿਆਂ ਦੇ ਵਿੱਚੋਂ ਲਗਭਗ 30% ਆਟੋਮੈਟਿਕਲੀ JEE ਐਡਵਾਂਸ ਕਲੀਅਰ ਕਰ ਗਏ। ਤਾਂ ਮਿਸ ਨਹੀਂ ਕਰਨਾ ਚਾਹੀਦਾ। ਜੇ ਤੁਹਾਡਾ JEE ਮੇਨਸ ਕਲੀਅਰ ਹੁੰਦਾ ਅਤੇ ਭਾਵੇਂ JEE ਐਡਵਾਂਸ ਦੀ ਉਨੀ ਤੁਹਾਨੂੰ ਲੱਗੇ ਵੀ ਤੁਹਾਡੀ ਤਿਆਰੀ ਨਹੀਂ ਹੈ, ਬਟ ਫਿਰ ਵੀ ਐਗਜ਼ਾਮ ਦੇਣਾ ਚਾਹੀਦਾ ਕਿਉਂਕਿ ਪ੍ਰੋਬੇਬਿਲਿਟੀ ਬਹੁਤ ਜ਼ਿਆਦਾ ਹੈ JEE ਐਡਵਾਂਸ ਕਲੀਅਰ ਹੋਣ ਦੀ ਆਫਟਰ JEE ਮੇਨਸ। ਇਹ ਇੱਕ ਇੰਪੋਰਟੈਂਟ ਪੁਆਇੰਟ ਹੈ ਜੋ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ। ਇਸ ਤੋਂ ਅੱਗੇ BSc ਰਿਸਰਚ ਦੀ ਗੱਲ ਕਰ ਰਹੇ ਹਾਂ। ਜੇ ਪਿਓਰ ਸਾਇੰਸ 'ਚ ਜਾਂਦੇ ਹਾਂ ਤਾਂ ਅਸੀਂ ਨੈਸਟ ਦਾ ਐਗਜ਼ਾਮ ਦੇ ਕੇ, ਠੀਕ ਹੈ, ਇਹ ਜਾ ਸਕਦੇ ਹਾਂ ਨਾਈਸਰ ਦੇ ਵਿੱਚ। ਇਹ ਇੰਜੀਨੀਅਰਿੰਗ ਵੀ ਕਰਾਉਂਦੇ ਆ ਅਤੇ ਇਹ ਬੇਸਿਕ ਸਾਇੰਸ ਕੋਰਸ ਵੀ BSc ਰਿਸਰਚ ਵੀ ਕਰਾਉਂਦੇ ਆ। ਹੁਣ ਦੇਖੋ ਇਹਦੀ ਐਪਲੀਕੈਂਟਸ ਕਿਤੇ 22 ਲੱਖ ਨੇ IIT ਦੇ ਐਪਲੀਕੈਂਟਸ ਅਤੇ ਇਹ 'ਚ 90,000 ਐਪਲੀਕੈਂਟਸ ਨੇ। ਸੋ ਓਬਵੀਅਸਲੀ ਸੀਟਾਂ ਘੱਟ ਨੇ ਬਟ ਐਪਲੀਕੈਂਟਸ ਵੀ ਘੱਟ ਨੇ। ਸੋ ਇਹਦੇ ਵਿੱਚ ਵੀ ਤੁਸੀਂ ਮਿਹਨਤ ਕਰੋ ਤਾਂ ਹੋ ਸਕਦਾ ਕਲੀਅਰ। ਪੁਰਾਣੇ ਕੁਐਸਚਨ ਪੇਪਰਸ ਦੇਖੋ, ਉਹਨਾਂ ਨੂੰ ਸੋਲਵ ਕਰੋ, ਉਹਨਾਂ ਦੇ ਦੇਖੋ ਵੀ ਕਿੰਨੀ ਡੈਪਥ ਤੋਂ ਆਇਆ ਹੋਇਆ। ਬਸ ਇਹੀ ਚੀਜ਼ ਹੁੰਦੀ ਹੈ, ਇਹਨੂੰ ਰਿਪੀਟ ਕਰੋ, ਦੁਬਾਰਾ ਕੌਨਸੈਪਟ ਦੇਖੋ, ਉਸ ਤਰ੍ਹਾਂ ਦੇ ਕੁਐਸਚਨ ਕਰੋ। ਇਹਦੀ ਫੀਸ ਬਹੁਤ ਘੱਟ ਹੈ, ਇਹ ਠੀਕ ਹੈ, ਉਹ ਸਿਰਫ 17,000 ਰੁਪਏ ਲਗਭਗ ਸਾਲ ਦੀ ਐਨੂਅਲ ਫੀਸ ਹੈ। ਸੋ ਇਹ ਇੱਕ ਅੱਛਾ ਇੰਸਟੀਚਿਊਟ ਹੈ, ਟੌਪ ਦਾ ਇੰਸਟੀਚਿਊਟ ਹੈ ਇੰਡੀਆ 'ਚ। ਇਸੇ ਤਰ੍ਹਾਂ CBS ਹੈ, ਇਹ ਵੀ ਸੇਮ ਤੁਸੀਂ ਨੈਸਟ ਦੇ ਥਰੂ ਹੀ ਇੱਥੇ ਐਂਟਰ ਹੋ ਸਕਦੇ ਹੋ। ਅੱਗੇ ਆਈਜ਼ਰਸ ਨੇ, ਆਪਾਂ ਕੋਲ 7 ਆਈਜ਼ਰਸ ਨੇ ਆਲ ਓਵਰ ਇੰਡੀਆ ਅਤੇ KVPY ਟੈਸਟ ਦੇ ਥਰੂ ਜਾਂ JEE ਐਡਵਾਂਸ ਦੇ ਥਰੂ ਜਾਂ 1% ਜਿਹੜੇ ਬੋਰਡ ਦੇ ਟੋਪਰ ਹੁੰਦੇ ਆ ਉਹ ਇੱਥੇ 5 ਸਾਲ ਦਾ BS ਅਤੇ MS ਇਕੱਠਾ ਕੋਰਸ ਕਰਦੇ ਆ, ਜਿਸ 'ਚ ਉਹ ਕਾਫੀ ਹੱਦ ਤੱਕ ਟ੍ਰੇਨ ਹੋ ਜਾਂਦੇ ਆ ਸਾਇੰਟਿਸਟ ਬਣਨ ਦੇ ਲਈ। ਤਾਂ ਉੱਥੋਂ ਉਹਨਾਂ ਨੂੰ ਇੰਡੀਆ 'ਚ ਵੀ, ਬਾਹਰ ਵੀ, ਫੋਰਨ 'ਚ ਵੀ, ਕਿਤੇ ਵੀ PhD ਲਈ ਬਹੁਤ ਐਕਸਪੋਜਰ ਮਿਲ ਜਾਂਦਾ। ਤਾਂ ਉਹ ਇਹ ਲਗਭਗ ਸ਼ੋਰ ਹੁੰਦਾ ਕਿ ਉਹ ਮੋਸਟ ਆਫ ਦਾ ਸਟੂਡੈਂਟਸ ਜਿਹੜੇ ਕਿ ਆਈਸਰ 'ਚ ਜਾਣਗੇ ਉਹ ਸਾਇੰਟਿਸਟ ਕਿਤੇ ਨਾ ਕਿਤੇ ਬਣ ਕੇ ਆਪਣੀ ਸੇਵਾ ਨਿਭਾਉਣਗੇ। ਮੈਡੀਕਲ ਸਟੂਡੈਂਟਸ ਲਈ MBBS ਜਾਂ BAMS ਇਹਨਾਂ ਤੋਂ ਇਲਾਵਾ ਬਹੁਤ ਸਾਰੇ ਐਸੇ ਕੋਰਸਿਸ ਨੇ ਜਿਨ੍ਹਾਂ 'ਚ ਬਹੁਤ ਅੱਛਾ ਕੈਰੀਅਰ ਬਣਾ ਸਕਦੇ ਆ ਉਹ, ਜਿਸ 'ਚ ਖਰਚਾ ਬਹੁਤ ਘੱਟ ਹੈ MBBS ਵਗੈਰਾ ਦੇ ਮੁਕਾਬਲੇ। ਜਿੱਦਾਂ B Pharma, BSc ਨਰਸਿੰਗ, BSc ਐਨਸਥੀਸੀਆ ਟੈਕਨੀਸ਼ੀਅਨ, ਕਾਰਡਿਕ ਟੈਕਨੀਸ਼ੀਅਨ, ਆਪਰੇਸ਼ਨ ਥੀਏਟਰ 'ਚ ਇੱਕ ਐਕਸਪਰਟ ਚਾਹੀਦਾ ਹੁੰਦਾ। ਮੈਡੀਕਲ ਲੈਬ ਟੈਕਨੋਲੋਜੀ 'ਚ BSc ਕਰ ਸਕਦੇ ਹਾਂ। ਫਿਜ਼ੀਸ਼ੀਅਨ ਅਸਿਸਟੈਂਟ ਦੀ ਤਰ੍ਹਾਂ ਐਕਟ ਕਰ ਸਕਦੇ ਹਾਂ ਬਾਅਦ ਵਿੱਚ। ਇਹ ਅਲੱਗ-ਅਲੱਗ ਹੋਸਪੀਟਲਸ 'ਚ ਜਾਂ ਹੋਰ ਜਗ੍ਹਾਵਾਂ 'ਤੇ ਇਹਨਾਂ ਸਾਰਿਆਂ ਦੀ ਡਿਮਾਂਡ ਬਹੁਤ ਹੈ ਅੱਜ ਕੱਲ੍ਹ। ਈਵਨ ਟੈਕਨੀਸ਼ੀਅਨ ਦੇ ਵਿੱਚ ਤੁਸੀਂ ECG ਟੈਕਨੀਸ਼ੀਅਨ, ਐਕਸਰੇ ਟੈਕਨੀਸ਼ੀਅਨ ਜਾਂ ਡਾਇਲਿਸਿਸ ਟੈਕਨੀਸ਼ੀਅਨ ਵੀ ਬਣ ਸਕਦੇ ਹੋ। ਇਸ ਤੋਂ ਇਲਾਵਾ ਇੱਕ ਬੜਾ ਇੰਪੋਰਟੈਂਟ ਇੰਸਟੀਚਿਊਟ ਹੈ, ਇਹ 2007 'ਚ ਐਸਟੈਬਲਿਸ਼ ਹੋਇਆ ਸੀ, ਇੰਡੀਅਨ ਇੰਸਟੀਚਿਊਟ ਆਫ ਸਪੇਸ ਸਾਇੰਸ ਐਂਡ ਟੈਕਨੋਲੋਜੀ। ਇੱਥੋਂ ਵੀ ਤੁਸੀਂ JEE ਐਡਵਾਂਸ ਦੇ ਥਰੂ, ਜੇ ਇੱਥੋਂ ਤੁਸੀਂ BTech ਕਰਦੇ ਹੋ ਇੰਡੀਅਨ ਇੰਸਟੀਚਿਊਟ ਆਫ ਸਪੇਸ ਸਾਇੰਸ ਐਂਡ ਟੈਕਨੋਲੋਜੀ ਤੋਂ, ਤਾਂ ਤੁਸੀਂ ਡਾਇਰੈਕਟਲੀ ISRO ਦੇ ਵਿੱਚ ਅਬਜ਼ੋਰਬ ਹੋ ਸਕਦੇ ਹੋ। ਉੱਥੇ ਤੁਹਾਡੀ ਜੋਬ ਲੱਗ ਸਕਦੀ ਹੈ ਕਿਉਂਕਿ ਇਹ ISRO ਦੇ ਨਾਲ ਟਾਈ ਅਪ ਹੈ ਇਹ ਇੰਸਟੀਚਿਊਟ, ਅਤੇ ISRO ਨੂੰ ਜਿੱਦਾਂ ਦੇ ਟੈਕਨੀਸ਼ੀਅਨ ਜਾਂ ਸਾਇੰਟਿਸਟ ਚਾਹੀਦੇ ਹੁੰਦੇ ਆ ਉਸ ਤਰ੍ਹਾਂ ਦੀ ਹੀ ਇੱਥੇ ਕੋਰਸ BTech ਕਰਾਇਆ ਜਾਂਦਾ। ਅਗਰ ਮੰਨ ਲਓ +2 ਤੋਂ ਬਾਅਦ ਤੁਸੀਂ ਕਿਸੇ ਵੀ ਐਸੇ ਟੌਪ ਦੇ ਇੰਸਟੀਚਿਊਟ 'ਚ ਨਹੀਂ ਐਂਟਰ ਕਰ ਸਕੇ, ਤੁਹਾਨੂੰ ਕਿਸੇ ਹੋਰ ਜਗ੍ਹਾ 'ਤੇ ਹੀ ਕੰਟੀਨਿਊ ਕਰਨੀ ਪਈ ਆਪਣੀ ਸਟੱਡੀ, ਫੋਰ ਐਗਜ਼ਾਮਪਲ BSc, ਜਿਹਦੀ ਕਿ ਨੋਰਮਲ ਕਾਲਜ ਦੇ ਵਿੱਚ ਫੀਸ ਬਹੁਤ ਜ਼ਿਆਦਾ ਨਹੀਂ ਹੈ, ਪੇ ਕੀਤੀ ਜਾ ਸਕਦੀ ਹੈ। 60 ਤੋਂ 70 ਹਜ਼ਾਰ ਸਾਲ ਦੀ ਫੀਸ ਹੈ BSc ਦੀ, ਜਿਹੜੀ ਕਿ ਪੇਏਬਲ ਹੈ ਬੱਚੇ ਦੇ ਲਈ। ਜੇ ਉਹਦੇ ਪੇਰੈਂਟਸ ਉਹਨੂੰ ਕਰਦੇ ਆ ਸਟੱਡੀ 'ਚ ਲੈ ਕੇ ਜਾਣਾ ਚਾਹੁੰਦੇ ਆ ਤਾਂ BSc ਇਸ ਤਰੀਕੇ ਨਾਲ ਕੀਤੀ ਜਾਵੇ, ਇਸ ਤਰੀਕੇ ਨਾਲ BSc ਕੀਤੀ ਜਾਵੇ ਕਿ ਉਹ ਬੱਚਾ ਉਹੀ ਚੀਜ਼ ਨੂੰ ਕੰਟੀਨਿਊ ਕਰੇ, ਆਪਣੀ ਕੰਪੀਟੀਸ਼ਨ ਵਾਲੇ ਐਪਟੀਟਿਊਡ ਨੂੰ ਕੰਟੀਨਿਊ ਕਰੇ। ਅਤੇ ਹੁਣ BSc ਦਾ ਇੱਕ ਇਹ ਫਾਇਦਾ ਕਿ ਤੁਸੀਂ ਜੇ BSc ਤੋਂ ਬਾਅਦ ਇੰਡੀਆ ਲੈਵਲ ਦਾ ਟੈਸਟ ਲੈਣਾ ਤਾਂ JAM ਵੀ ਹੈ, JEST ਵੀ ਹੈ।
ਜੈਮ 'ਚ ਕਈ ਸਾਰੇ ਫੀਲਡ ਨੇ, ਜਿੱਦਾਂ ਫਿਜ਼ਿਕਸ, ਕੈਮਿਸਟਰੀ, ਮੈਥ ਵਗੈਰਾ ਤਾਂ ਹੈ ਹੀ, ਨਾਲ ਹੋਰ ਜਿੱਦਾਂ ਬਾਇਓ ਕੈਮਿਸਟਰੀ ਹੈ ਜਾਂ ਉਹ ਵੀ ਇਹ 'ਚ ਆ ਜਾਂਦੇ ਆ। ਜੈਮ ਆਪਾਂ ਉਹ 'ਚ ਵੀ ਦੇ ਸਕਦੇ ਹਾਂ, ਮਤਲਬ ਇੱਕ ਸਿੰਗਲ ਸਬਜੈਕਟ ਚੂਜ਼ ਕਰ ਸਕਦੇ ਹਾਂ ਅਸੀਂ। 3 ਸਾਲ BSc ਦੇ ਸਿੰਗਲ ਸਬਜੈਕਟ 'ਤੇ ਜ਼ਿਆਦਾ ਜ਼ੋਰ ਦੇ ਕੇ ਉਹਦੇ ਵਿੱਚ ਜੈਮ ਕਲੀਅਰ ਕਰ ਸਕਦੇ ਹਾਂ। ਜੈਮ ਤੋਂ ਬਾਅਦ ਫਿਰ ਤੋਂ ਤੁਸੀਂ ਆਈਜ਼ਰ ਜਾਂ ਇਹ ਜਿਹੜੇ ਨੈਸ਼ਨਲ ਲੈਵਲ ਇੰਸਟੀਟਿਊਟਸ ਨੇ ਰਿਸਰਚ ਵਾਲੇ, ਜਾਂ ਇਹ IITs ਹੋ ਗਿਆ, ਇਹਨਾਂ ਦੇ ਵਿੱਚ ਜਾ ਕੇ MSc ਦੀਆਂ ਸੀਟਾਂ ਦੇ ਵਿੱਚ ਜਾ ਸਕਦੇ ਹੋ। ਮਾਸਟਰਸ ਪਲੱਸ PhD ਦੀਆਂ ਸੀਟਾਂ ਦੇ ਵਿੱਚ ਜਾ ਸਕਦੇ ਹੋ, ਰਿਸਰਚ ਕਰ ਸਕਦੇ ਹੋ। ਆਪਣਾ ਨਾਲ ਸਟਾਈਪੈਂਡ ਵੀ ਮਿਲੇਗਾ ਅਗਰ ਤੁਸੀਂ ਜਾਂਦੇ ਹੋ, ਅਤੇ ਤੁਹਾਨੂੰ ਅੱਗੇ PhD ਜਾਂ ਉਸ ਤੋਂ ਬਾਅਦ ਸਾਇੰਟਿਸਟ ਬਣਨ ਦੇ ਵੱਲ ਤੁਸੀਂ ਜਾ ਸਕਦੇ ਹੋ। ਜਸਟ ਵਿੱਚ ਵੀ ਬਹੁਤ ਸਾਰੇ ਜਿਹੜੇ ਫਿਜ਼ਿਕਸ ਨਾਲ ਜਾਂ ਹੋਰ ਰਿਲੇਟਡ ਕਾਸਮੋਲੋਜੀ ਨਾਲ ਰਿਲੇਟਡ ਜਿਹੜੇ, ਜਾਂ ਮੈਥਮੈਟਿਕਸ ਦੇ ਨਾਲ ਰਿਲੇਟਡ ਜਿਹੜੇ ਇੰਸਟੀਟਿਊਟਸ ਨੇ, ਸਪੈਸ਼ਲ ਇੰਸਟੀਟਿਊਟਸ ਰਿਸਰਚ ਦੇ ਲਈ ਬਹੁਤ ਸਾਰੇ ਨੇ, ਉਹਨਾਂ 'ਚ ਜਾ ਸਕਦੇ ਹੋ। ਫੋਰ ਐਗਜ਼ਾਮਪਲ ਜੈਸਟ ਤੋਂ ਬਾਅਦ ਤੁਸੀਂ ਆਰਿਆ ਭੱਟ ਰਿਸਰਚ ਇੰਸਟੀਟਿਊਟ ਆਫ ਆਬਜ਼ਰਵੇਸ਼ਨਲ ਸਾਇੰਸਿਸ 'ਚ ਜਾ ਸਕਦੇ ਹੋ, ਬੋਸ ਇੰਸਟੀਟਿਊਟ 'ਚ ਜਾ ਸਕਦੇ ਹੋ, ਹੋਮੀ ਬਾਬਾ ਨੈਸ਼ਨਲ ਇੰਸਟੀਟਿਊਟ 'ਚ ਜਾ ਸਕਦੇ ਹੋ। ਇਹ ਸਾਰੇ ਇੰਸਟੀਟਿਊਟ ਰਿਸਰਚ ਬੇਸ ਨੇ। ਇੱਥੋਂ ਸਾਇੰਟਿਸਟ ਬਣ ਕੇ ਹੀ ਤੁਸੀਂ ਪ੍ਰੋਪਰ ਕਿਸੇ ਫੀਲਡ ਦੇ ਸਾਇੰਟਿਸਟ ਬਣ ਕੇ ਹੀ ਅੱਗੇ ਦੁਨੀਆ 'ਚ ਕਿਤੇ ਵੀ ਕੰਮ ਕਰ ਸਕਦੇ ਹੋ। ਬਹੁਤ ਰਿਪਿਊਟਡ ਇੰਸਟੀਟਿਊਟ ਨੇ ਇਹ ਸਾਰੇ। ਹਰੀਸ਼ ਚੰਦਰਾ ਰਿਸਰਚ ਇੰਸਟੀਟਿਊਟ, ਇੰਟਰਨੈਸ਼ਨਲ ਸੈਂਟਰ ਫॉर ਥਿਓਰੈਟੀਕਲ ਸਾਇੰਸਿਸ, ਇੰਦਰਾ ਗਾਂਧੀ ਸੈਂਟਰ ਫॉर ਐਟੋਮਿਕ ਰਿਸਰਚ, ਇੰਡੀਅਨ ਇੰਸਟੀਟਿਊਟ ਆਫ ਐਸਟਰੋਫਿਜ਼ਿਕਸ ਐਕਸੈਟਰਾ, ਅਤੇ ਈਵਨ ਆਈਸਰ 'ਚ ਜਾ ਸਕਦੇ ਹੋ। ਸਾਰਿਆਂ 'ਚ ਜੈਮ ਜਾਂ ਜਸਟ ਕਰਕੇ ਇਹ ਸਾਰੇ ਰਿਸਰਚ ਇੰਸਟੀਟਿਊਟ ਨੇ। ਠੀਕ ਹੈ। IIST ਦੀ ਆਪਾਂ ਗੱਲ ਆਲਰੇਡੀ ਕਰ ਲਈ। ਇੰਸਟੀਟਿਊਟ ਆਫ ਮੈਥਮੈਟੀਕਲ ਸਾਇੰਸਿਸ, ਪਿਓਰ ਮੈਥਮੈਟਿਕਸ ਦੇ ਵਿੱਚ ਸਾਇੰਟਿਸਟ ਬਣਦੇ ਆ। ਆਪਾਂ ਫੋਰਨ ਦੇ ਸਾਇੰਟਿਸਟ ਦੀਆਂ ਵੀਡੀਓਜ਼ ਦੇਖਦੇ ਹਾਂ YouTube 'ਤੇ, ਬਹੁਤ ਆਪਾਂ ਨੂੰ ਉਹ ਇੰਟਰਸਟਿੰਗ ਲੱਗਦੇ ਆ। ਤਾਂ ਬਟ ਇੱਥੋਂ ਪੜ੍ਹ ਕੇ ਫੋਰਨ ਦੇ ਵਿੱਚ ਜਾ ਕੇ, ਮਤਲਬ ਟੌਪ ਦੀਆਂ ਯੂਨੀਵਰਸਿਟੀਜ਼ ਦੇ ਵਿੱਚ ਉਹ ਪੜ੍ਹਾ ਵੀ ਰਹੇ ਆ, ਰਿਸਰਚ ਵੀ ਕਰ ਰਹੇ ਹੈ, ਡਿਸਕਵਰੀ ਵੀ ਕਰ ਰਹੇ, ਉਹਨਾਂ ਦੇ ਦੇਸ਼ ਨੂੰ ਉਹ ਆਪਣਾ ਜਿਹੜਾ ਗਿਆਨ ਆ ਉਹ ਉੱਧਰ ਦੇ ਰਹੇ ਆ। ਬਟ ਆਪਣੇ ਸਟੂਡੈਂਟਸ ਇਹਨਾਂ ਇੰਸਟੀਟਿਊਟ 'ਚ ਜਾ ਕੇ ਉਹ ਹੋਰ ਵੀ ਜ਼ਿਆਦਾ, ਮਤਲਬ ਆਪਣੇ ਦੇਸ਼ ਲਈ ਵੀ ਕੰਮ ਕਰ ਸਕਦੇ ਆ। ਇੰਸਟੀਟਿਊਟ ਆਫ ਫਿਜ਼ਿਕਸ, ਇੰਸਟੀਟਿਊਟ ਆਫ ਪਲਾਜ਼ਮਾ ਰਿਸਰਚ, ਇੰਟਰ ਯੂਨੀਵਰਸਿਟੀ ਸੈਂਟਰ ਫॉर ਐਸਟਰੋਨੋਮੀ ਐਂਡ ਐਸਟਰੋਫਿਜ਼ਿਕਸ ਐਕਸੈਟਰਾ। ਇਹ ਬਹੁਤ ਅੱਛਾ ਇੰਸਟੀਟਿਊਟ ਹੈ। ਜਵਾਹਰ ਲਾਲ ਨਹਿਰੂ ਸੈਂਟਰ ਫॉर ਐਡਵਾਂਸ ਸਾਇੰਟੀਫਿਕ ਰਿਸਰਚ, ब्रेन रिसर्च सेंटर, नेशनल सेंटर फॉर रेडियो एस्ट्रोफिजिक्स, टिफर, टाटा इंस्टीट्यूट ऑफ फंडामेंटल रिसर्च टिफर। नाइसर की गल आप पहले कर चुके। फिजिकल रिसर्च लैबोरेटरी, राजा रमना सेंटर फॉर एडवांस टैक्नोलॉजी। ये सारे इंस्टीट्यूट बहुत इंपॉर्टेंट ने। इन्हां सारिਆਂ 'ਚ ਤੁਸੀਂ ਜਾ ਸਕਦੇ ਹੋ। देखो इंस्टीट्यूट बहुत ज़्यादा ने जो कि BSc तो बाद स्टूडेंट्स ਨੂੰ रिसर्च ਦੇ ਲਈ ਲੈਂਦੇ ਆ, ਨਾਲੇ ਸਟਾਈਪੈਂਡ ਮਿਲੂਗਾ, ਫੈਲੋਸ਼ਿਪ ਮਿਲੂਗੀ। ਤਾਂ ਕੋਈ ਐਸਾ ਪ੍ਰੋਬਲਮ ਨਹੀਂ ਹੈਗੀ ਜੇ ਮਤਲਬ ਪੇਰੈਂਟਸ ਖਰਚਾ ਨਹੀਂ ਕਰ ਸਕਦੇ, ਇਸ ਤਰ੍ਹਾਂ ਦੀ ਪ੍ਰੋਬਲਮ ਐਗਜ਼ਿਸਟ ਹੀ ਨਹੀਂ ਕਰਦੀ। ਜੇ ਤੁਸੀਂ 3 ਸਾਲ ਆਪਣੇ ਇਨਵੈਸਟ ਕਰ ਦਿਓ, ਜੋ ਤੁਸੀਂ +2 ਤੋਂ ਐਟੀਟਿਊਡ ਬਣਾਇਆ ਕੰਪੀਟੀਸ਼ਨ ਦਾ, ਚੀਜ਼ਾਂ ਨੂੰ ਡਿਟੇਲ 'ਚ ਪੜ੍ਹਨ ਦਾ, ਅਪਲਾਈ ਕਰਨ ਦਾ, ਤਾਂ ਉਹ ਜੇ BSc 'ਚ ਕੰਟੀਨਿਊ ਰਹੇ ਤਾਂ ਮੈਂ ਕਹਿਣਾ ਵੀ ਸ਼ੋਰ ਇਹਨਾਂ 'ਚੋਂ ਕਿਸੇ ਨਾ ਕਿਸੇ ਇੰਸਟੀਟਿਊਟ 'ਚ ਬੱਚਾ ਜਾ ਸਕਦਾ ਹੈ। ਸਾਹਾ ਇੰਸਟੀਟਿਊਟ ਆਫ ਨਿਊਕਲੀਅਰ ਫਿਜ਼ਿਕਸ ਹੈ ਨਾ, ਸਤਿੰਦਰ नाथ बोस नेशनल सेंटर फॉर बेसिक साइंसिस एक्सेट्रा। ये बहुत सारे बहुत अच्छे इंस्टीट्यूट ने। आई थिंक थैंक यू। बट लास्ट ਦੇ ਵਿੱਚ ਇੱਕ ਹੋਰ ਚੀਜ਼ ਹੈ ਕਿ ਬੱਚਿਆਂ ਦਾ ਜੋ ਕੈਰੀਅਰ ਹੈ ਜਾਂ ਸਿਰਫ ਸਾਇੰਸ ਨੂੰ ਡਿਵੈਲਪ ਕਰਨਾ ਹੀ ਨਹੀਂ, ਸਾਇੰਸ ਨੂੰ ਲੋਕਾਂ ਤੱਕ ਪਹੁੰਚਾਉਣਾ ਜੋ ਹੈ ਉਹ ਵੀ ਅੱਜ ਇੱਕ ਬਹੁਤ ਵੱਡਾ ਫੀਲਡ ਬਣ ਚੁੱਕਿਆ, ਜਿੱਥੇ ਬਹੁਤ ਜ਼ਿਆਦਾ ਸਕੋਪ ਹੈ ਕੈਰੀਅਰ ਬਣਾਉਣ ਦਾ, ਜੋਬ ਲੈਣ ਦਾ, ਕੰਮ ਕਰਨ ਦਾ। ਉਹ 'ਚ ਇਹ ਹੈ ਵੀ ਜਦੋਂ ਯੂਨੀਵਰਸਿਟੀ 'ਚ ਜੋ ਸਾਇੰਸ ਹੋ ਰਹੀ ਹੈ ਅਤੇ ਜੋ ਸੁਸਾਇਟੀ ਤੱਕ ਪਹੁੰਚ ਰਿਹਾ, ਉਹਦਾ ਇੰਪੈਕਟ, ਉਹਨੂੰ ਕਿਵੇਂ ਕਨਵੇ ਕੀਤਾ ਜਾਵੇ, ਕਿਵੇਂ ਲੋਕਾਂ ਨੂੰ ਦੱਸਿਆ ਜਾਵੇ, ਕਿਵੇਂ ਇੰਟਰਸਟ ਬਣਾਇਆ ਜਾਵੇ, ਜਾਂ ਸਮਾਜ ਦੇ ਵਿੱਚ ਜੋ ਭੂਮਿਕਾ ਹੈ, ਜਰਨਲਿਜ਼ਮ ਹੈ, ਜੋ ਸਾਇੰਸ ਜਰਨਲਿਜ਼ਮ, ਉਹਦੇ ਵਿੱਚ ਵੀ ਉਹਨਾਂ 'ਚ ਕਮਰਸ਼ੀਅਲ ਕੰਪਨੀਜ਼ ਨੂੰ ਵੀ ਚਾਹੀਦੇ ਹੁੰਦੇ ਨੇ ਪ੍ਰਮੋਟਰਸ ਹੈ, ਜੋ ਵੀ ਜਰਨਲਿਜ਼ਮ ਕਰ ਸਕਣ, ਲੋਕਾਂ 'ਚ ਲੈ ਕੇ ਜਾ ਸਕਣ ਗੱਲ। ਈਵਨ ਲੋਕਾਂ ਦੀ ਬਜਾਏ ਉਹ ਇਨਵੈਸਟਰਸ ਜਾਂ ਫੰਡ ਰੇਜ਼ਰ ਦੇ ਨਾਲ ਵੀ ਜੋ ਡੀਲ ਕਰ ਸਕਣ, ਕੰਪਨੀਜ਼ ਨੂੰ ਵੀ ਚਾਹੀਦੇ ਹੁੰਦੇ ਨੇ। ਇਸ ਕਰਕੇ ਇਹ 'ਚ ਬਹੁਤ ਅੱਛਾ ਸਕੋਪ ਹੈ। ਅਤੇ ਓਬਵੀਅਸਲੀ ਜੋ ਸੁਸਾਇਟੀ ਦੇ ਵਿੱਚ ਤਾਂ ਤੁਸੀਂ ਮੈਸੇਜ ਲੈ ਕੇ ਜਾ ਹੀ ਸਕਦੇ ਹੋ। ਆਈ ਹੋਪ ਕਿ ਇਹ ਇਨਫੋਰਮੇਟਿਵ ਵੀਡੀਓ ਤੁਹਾਨੂੰ ਲੱਗੀ ਹੋਊ। ਸਬਸਕ੍ਰਾਈਬ ਕਰਿਓ। ਆਪਾਂ ਅੱਛੀ ਇਨਫੋਰਮੇਸ਼ਨ ਤੁਹਾਡੇ ਸਾਰਿਆਂ ਦੇ ਤੱਕ ਲੈ ਕੇ ਆਵਾਂਗੇ ਜਿਹਦੀ ਲੋੜ ਹੈ ਅੱਜ ਦੇ ਟਾਈਮ 'ਚ।
ਥੈਂਕ ਯੂ ਸੋ ਮਚ।